बहुत होएगी जी 271। देखो ਇਹਨੂੰ ਸੈਕੰਡਰੀ ਕੇਅਰ ਕਹਿੰਦੇ, ਪਹਿਲਾਂ ਪ੍ਰਾਇਮਰੀ ਕੇਅਰ 100 ਬਣੇ ਸੀ, ਹੁਣ 500 ਹੋਰ ਬਣ ਰਹੇ ਆ। ਸੋ ਇਸੇ ਤਰ੍ਹਾਂ ਇਹ ਜਿਹੜੇ 271 ਐਡ ਹੋ ਗਏ ਆ, ਮੇਰਾ ਖਿਆਲ ਇਹ ਜਿਹੜੇ ਸਾਰੇ ਮਿਲਾ ਕੇ ਹੁਣ ਜਿਹੜੇ ਸਪੈਸ਼ਲਿਸਟ ਆ ਉਹ 500 ਤੋਂ ਵੱਧ ਹੋ ਗਏ ਆ ਸਾਡੇ, ਮੇਰੇ ਖਿਆਲ 550 ਜਾਂ 600 ਹੋ ਗਏ ਆ। ਤੇ ਅਸੀਂ ਮਤਲਬ ਬਾਕੀ ਦੀਆਂ ਜਿਹੜੀਆਂ ਸਟੇਟ ਦੇ ਕੰਪੈਰੀਟਿਵਲੀ ਬਹੁਤ ਅੱਗੇ ਆ, ਔਰ ਅਸੀਂ ਇਹਨੂੰ ਹੋਰ ਇੰਪਰੂਵ ਕਰਾਂਗੇ। ਸਰਦਾਰ ਭਗਤ ਸਿੰਘ ਮਾਨ ਦੀ ਜੋ ਸੋਚ ਹੈ ਨਾ ਜੀ, ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ, ਟਰਸ਼ਰੀ ਕੇਅਰ, ਇਹਨੂੰ ਆਪਸ ਲਿੰਕ ਵੀ ਕਰ ਰਹੇ ਹਾਂ ਅਸੀਂ, ਤਾਂ ਕਿ ਜਿਹੜਾ ਪੇਸ਼ੈਂਟ ਆ, ਜਿਹੜੇ ਜਿਵੇਂ ਉਹਨਾਂ ਨੇ ਦੱਸਿਆ ਕਿ 80 ਤੋਂ ਜ਼ਿਆਦਾ % ਜਿਹੜੇ ਹੈਗੇ ਆ, 90% ਤੱਕ ਲੋਕ ਜਿਹੜੇ ਆ ਉਹ ਮੁਹੱਲਾ ਕਲੀਨਿਕ ਦੇ ਵਿੱਚ ਉਹਨਾਂ ਦਾ ਇਲਾਜ ਹੋ ਜਾਂਦਾ। ਬਾਕੀ ਜਿਹੜੇ 10-15% ਬਚਣਗੇ, ਉਹਨਾਂ ਦੇ ਵਿੱਚੋਂ ਜਿਹੜਾ ਸੈਕੰਡਰੀ ਕੇਅਰ ਦੇ ਵਿੱਚ ਘੱਟੋ ਘੱਟ ਵੀ 10-12% ਦਾ ਹੋ ਜਾਏਗਾ। ਸੋ ਜਿਹੜੀ ਟਰਸ਼ਰੀ ਕੇਅਰ ਉਹਦੇ ਸਿਰਫ 2-3% ਜਿਹੜੇ ਕ੍ਰਿਟੀਕਲ ਹੋਣਗੇ ਉਹੀ ਪਹੁੰਚਣਗੇ। ਉਹਦੇ ਨਾਲ ਜਿਹੜੀ ਹੈਲਥ ਜਿਹੜੀਆਂ ਸਾਡੀ ਸਰਵਿਸ ਡਿਲੀਵਰੀ ਆ ਉਹ ਬਹੁਤ ਇੰਪਰੂਵ ਕਰੇਗੀ ਜੀ। ਤੇ ਇਹਦੇ ਨਾਲ ਜਿਵੇਂ ਆਮ ਤੌਰ ਤੇ ਦੇਖਦੇ ਆ ਵੀ ਇਹ ਠੀਕ ਹੈ ਵੀ ਤੁਸੀਂ ਕਦਮ ਤਾਂ ਵਧੀਆ ਚੱਕ ਰਹੇ ਹੋ, ਪਰ ਜ਼ਿਆਦਾਤਰ ਜੇ ਦੇਖਿਆ ਜਾਵੇ ਡਾਕਟਰ ਤਾਂ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਅੱਗੇ ਚੀਜ਼ਾਂ ਵਧਾਈਆਂ ਜਾਂਦੀਆਂ, ਉਹਨੂੰ ਕਿੰਨੇ ਕੁ ਉਹ ਕਰ ਰਹੇ ਹੋ ਤੁਸੀਂ ਨਾ ਇਹ ਸਾਰੀਆਂ ਸ਼ਾਇਦ ਜਿਹੜਾ ਪਹਿਲਾਂ ਇਦਾਂ ਹੁੰਦਾ ਸੀ, ਜਿਹੜੀ ਹੁਣ ਹੈਗੀ ਆ ਜਿਹੜਾ ਸਾਡਾ ਨਵਾਂ ਕਨਸੈਪਟ ਹੈ ਮੁੱਖ ਮੰਤਰੀ ਜੀ ਦਾ, ਉਹਦੇ 'ਚ ਇੱਕ ਤਾਂ ਹੈਗਾ ਸਰਵਿਸ ਵਿਦ ਏ ਸਮਾਈਲ, ਤੇ ਦੂਜੀ ਹੈਗੀ ਆ ਜਿਹੜੀ ਸੈਲਫਲੈਸ ਸਰਵਿਸ ਕਰਨੀ ਆ, ਤੁਸੀਂ ਲੋਕਾਂ ਦੀ ਸੇਵਾ ਕਰਨੀ ਆ। ਔਰ ਜਿਹੜੇ ਬੱਚੇ ਆ, ਤੁਸੀਂ ਦੇਖੋ ਜਿਹੜੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਆ, ਇੱਕ ਕੋਈ ਇਹਨਾਂ 'ਚੋਂ ਕੋਈ ਵੀ ਪੈਸੇ ਪਿੱਛੇ ਨਹੀਂ ਭੱਜੇਗਾ, ਕੰਮ ਪਿੱਛੇ ਭੱਜਣਗੇ, ਕੰਮ ਕਰਨਗੇ, ਔਰ ਇਹਨਾਂ ਨੂੰ ਸ਼ੌਹਰਤ ਸਾਰਾ ਕੁਝ ਮਿਲੇਗਾ ਇਹਨਾਂ ਨੂੰ। ਔਰ ਸਰਕਾਰ ਹਰ ਤਰ੍ਹਾਂ ਇਹਨਾਂ ਦੀ ਅੱਗੇ ਫਰਦਰ ਟ੍ਰੇਨਿੰਗ ਵਾਸਤੇ ਰੈਗੂਲਰ ਇਹਨਾਂ ਦੇ ਜਿਹੜੀ ਹੈਗੀ ਆ, ਇਹਨਾਂ ਨੂੰ ਇਹਨਾਂ ਦੇ ਜਿਹੜੇ ਸਕਿੱਲਸ ਹੈਗੇ ਉਹਨਾਂ ਨੂੰ ਅਪਗ੍ਰੇਡ ਕਰਨ ਵਾਸਤੇ ਉਹ ਸਾਰੀ ਸਾਡੀ ਕੰਪਰੀਹੈਂਸਿਵ ਸਟ੍ਰੈਟਜੀ ਸਾਡੇ ਨਾਲ ਜਿਹੜੇ ਸਾਡੇ ਸੈਕਟਰੀ ਸਾਹਿਬ ਹੈਗੇ ਜੋਏ ਜੀ, ਔਰ ਜਿਹੜੇ ਸਾਡੇ ਮੈਡੀਕਲ ਐਜੂਕੇਸ਼ਨ ਦੇ ਡਾਇਰੈਕਟਰ ਹੈਗੇ ਆ, ਔਰ ਜਿੰਨੇ ਵੀ ਸਾਡੀ ਸਾਰੀ ਟੀਮ ਹੈ, ਉਹ ਅਸੀਂ ਕੰਟੀਨਿਊਸਲੀ ਉਹਦੇ 'ਤੇ ਕੰਮ ਕਰ ਰਹੇ ਹਾਂ। ਜਿਹੜਾ ਡਾਕਟਰ ਹੁੰਦਾ ਹੀ ਇਜ਼ ਆਲਵੇਜ਼ ਏ ਸਟੂਡੈਂਟ, ਸੋ ਇਹਨਾਂ ਨੂੰ ਰੈਗੂਲਰਲੀ ਪੜ੍ਹਾਇਆ ਜਾਵੇ, ਰੈਗੂਲਰਲੀ ਅਪਡੇਟ ਕੀਤਾ ਜਾਵੇ ਨੌਲੇਜ ਨੂੰ, ਉਹ ਸਾਰੀ ਸਾਡੀ ਸਟ੍ਰੈਟਜੀ ਬਣੀ ਹੈ। ਨੂੰ ਲੈ ਕੇ ਕਿਵੇਂ ਹੋ ਕਰੋਗੇ, ਕਿਉਂਕਿ ਜ਼ਿਆਦਾਤਰ ਜੇ ਦੇਖਿਆ ਜਾਵੇ ਡਾਕਟਰ ਬਾਹਰਲੀਆਂ ਦਵਾਈਆਂ ਲਿਖ ਰਹੇ ਨੇ, ਇੰਨੇ ਜੇ ਕਿਹਾ ਜਾਵੇ ਇੱਕੋ ਲਗਤ ਨਹੀਂ ਲੱਗਦਾ ਡਾਕਟਰ ਸਾਹਿਬ ਕਿ ਸਾਰਾ ਕੁਝ ਬਦਲਣ ਵਾਲਾ ਹੈਗਾ, ਜਿੰਨਾ ਬਹੁਤ ਜਲਦੀ ਬਦਲੇਗਾ। ਅਸੀਂ ਮੈਡੀਸਿਨ ਜਿਹੜੀਆਂ ਸਾਡੀਆਂ ਪ੍ਰੋਕਿਓਰ ਕਰ ਲਈਆਂ ਸੈਕਟਰੀ ਸਾਹਿਬ, ਅੱਛਾ ਨਾਲ ਹੀ ਚਲੋ ਜਿਹੜੇ ਸਾਡੇ ਸੈਕਟਰੀ ਸਾਹਿਬ ਹੈ ਜੀ, ਸਾਡੀਆਂ ਮੈਡੀਸਿਨ ਪ੍ਰੋਕਿਓਰ ਹੋ ਗਈਆਂ। ਤੁਸੀਂ ਦੇਖੋਗੇ ਕਿ ਵਿਦ ਇਨ ਏ ਵੀਕ ਉਹ ਸਾਰੇ ਸਾਡੇ ਜਿੰਨੇ ਸਾਡੇ ਮੈਡੀਕਲ ਕਾਲਜ ਹੈ ਔਰ ਜਿੰਨੇ ਸਾਡੇ ਹਸਪਤਾਲ ਉਹਨਾਂ ਦਵਾਈਆਂ ਸਾਰੀਆਂ ਪਹੁੰਚ ਜਾਣਗੀਆਂ, ਅਸੀਂ ਪ੍ਰੋਕਿਓਰ ਕਰ ਚੁੱਕੇ ਹਾਂ ਜੀ। ਤੇ ਉਹ ਜਿਹੜੀਆਂ ਮੈਡੀਸਿਨ ਦਾ ਉਹ ਸਾਰੀ ਜਿਹੜੀ ਸਪਲਾਈ ਹੈਗੀ ਆ, ਉਹ ਅਸੀਂ ਅਸ਼ੋਰ ਕਰਾਂਗੇ ਕਿ ਹਸਪਤਾਲ ਕੋਲੇ 1 ਮਹੀਨੇ ਦੀ ਘੱਟੋ ਘੱਟ 1 ਮਹੀਨੇ ਦੀ ਐਡਵਾਂਸ ਸਪਲਾਈ ਰਹੇ, ਔਰ ਜਦੋਂ ਪੇਸ਼ੈਂਟ ਐਮਰਜੈਂਸੀ 'ਚ ਆਏਗਾ ਉਹਨੂੰ ਕੋਈ ਚੀਜ਼ ਬਾਹਰੋਂ ਲੈਣ ਨਹੀਂ ਭੇਜਿਆ ਜਾਏਗਾ, ਸਾਰਾ ਕੁਝ ਇਨ ਹਾਊਸ ਹੋਏਗਾ। ਔਰ ਜਿਹੜਾ ਅਸੀਂ ਸਟਾਫ ਵੀ ਜਿਹੜਾ ਰਿਕਰੂਟ ਕਰ ਰਹੇ ਹਾਂ, ਹੋਰ ਵੀ ਰਿਕਰੂਟ ਕਰਾਂਗੇ ਅਸੀਂ, ਤਾਂ ਕਿ ਕਿਸੇ ਨੂੰ ਮਤਲਬ ਮਰੀਜ਼ ਨੂੰ ਕੋਈ ਦਿੱਕਤ ਨਹੀਂ ਆਏਗੀ। ਐਕਚੁਅਲੀ ਜਿਹੜੀ ਹੈਗੀ ਆ ਨਾ, ਮੈਂ ਇਹਦੇ ਵਾਸਤੇ ਇੱਕ ਜੋ ਮੈਨੂੰ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਸੀਗੇ, ਇਹਨੂੰ ਅਸੀਂ ਗੈਪ ਸਟੱਡੀ ਕਹਿੰਦੇ ਆ। ਇਹ ਇੱਕ ਭੁਲੇਖਾ ਹੈਗਾ ਸਾਡੇ ਕੋਲੇ, ਜਿਵੇਂ ਮੈਂ ਰਜਿੰਦਰਾ ਹਸਪਤਾਲ ਸੁਪਰ ਸਪੈਸ਼ਲਿਟੀ ਦੀ ਕਰਾਂ, ਸਾਡੇ ਕੋਲੇ ਸਟੇਟ ਆਫ ਦੀ ਆਰਟ ਇਕੁਪਮੈਂਟ ਪਈ ਹੋਈ ਆ, ਕਰੋੜਾਂ ਰੁਪਏ ਦੀ ਇਕੁਪਮੈਂਟ ਬਣੀ ਹੋਈ ਆ, ਘਾਟ ਨਹੀਂ ਹੈ, ਬਹੁਤ ਪਈ ਹੋਈ ਆ। ਉਹ ਕਈ ਜਗ੍ਹਾ 'ਤੇ ਸਾਡੇ ਕੋਲੇ ਇਹੋ ਜਿਹੀ ਜਗ੍ਹਾ 'ਤੇ ਮਤਲਬ ਸਪਲਾਈ ਪਈ ਹੋਈ ਹੈ ਜਿੱਥੇ ਉਹ ਸਪੈਸ਼ਲਿਸਟ ਨਹੀਂ ਹੈ। ਇਹਨੂੰ ਇੱਕ ਗੈਪ ਸਟੱਡੀ ਕਹਿੰਦੇ ਆ ਅਸੀਂ, ਆਪਟੀਮਮ ਯੂਟੀਲਾਈਜੇਸ਼ਨ। ਮੈਂ ਆਲਰੇਡੀ 3 ਡਾਕਟਰਸ ਦੀ ਕਮੇਟੀ ਬਣਾਤੀ ਆ, ਉਹ ਜੇ ਮੈਂ ਨੋਟੀਫਾਈ ਕਰਨੀ ਆ, ਉਹ ਜਾ ਕੇ ਹਰ ਇੱਕ ਹਸਪਤਾਲ ਦੇ ਵਿੱਚ ਉਹ ਸਟੱਡੀ ਕਰਨਗੇ ਕਿ ਗੈਪ ਸਟੱਡੀ ਆਪਟੀਮਮ ਜਿਹੜੀ ਯੂਟੀਲਾਈਜੇਸ਼ਨ ਆਫ ਹਿਊਮਨ ਰਿਸੋਰਸਿਸ, ਆਪਟੀਮਮ ਯੂਟੀਲਾਈਜੇਸ਼ਨ ਆਫ ਜਿਹੜੀ ਉੱਥੇ ਦੀ ਬਿਲਡਿੰਗ ਹੈਗੀ ਆ, ਔਰ ਇਸੇ ਤਰ੍ਹਾਂ ਜਿਹੜੀਆਂ ਮੈਡੀਸਿਨਸ ਹੈਗੀਆਂ ਉਹਦੀ ਆਪਟੀਮਮ ਯੂਟੀਲਾਈਜੇਸ਼ਨ ਕਿੱਦਾਂ ਕਰਨੀ ਹੈ। ਇਹ ਸਿਰਫ ਤੇ ਸਿਰਫ ਇਹਦੀ ਜਿਹੜੀ ਮੈਨੇਜਮੈਂਟ ਪਾਰਟ ਹੈ ਉਹਦੇ 'ਚ ਕਮੀ ਸੀ, ਉਹ ਅਸੀਂ ਉਹਨੂੰ ਹਾਈਲੀ ਪ੍ਰੋਫੈਸ਼ਨਲ ਬਣਾ ਰਹੇ ਹਾਂ। ਡਾਕਟਰ ਸਾਹਿਬ, 108 ਐਂਬੂਲੈਂਸ ਉਹਨਾਂ ਦੀ ਲਗਾਤਾਰ ਹੜਤਾਲ ਜਿਹੜੀ ਹੱਲੇ ਵੀ ਜਾਰੀ ਆ, ਆਪਾਤਕਾਲੀਨ ਸਥਿਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਤੁਸੀਂ ਵੀ ਵਚਨਬੱਧ ਕਹਿ ਰਹੇ ਹੋ ਕਿ ਐਮਰਜੈਂਸੀ ਸਿਚੁਏਸ਼ਨ ਨੂੰ ਸਭ ਤੋਂ ਪਹਿਲਾਂ ਦੇਖਿਆ ਜਾਏਗਾ, ਗੋਲਡਨ ਆਰ ਨੂੰ ਦੇਖਿਆ ਜਾਏਗਾ, ਪਰ ਜੇਕਰ ਇਹੋ ਜਿਹੀ ਐਂਬੂਲੈਂਸਾਂ ਰਹਿਣਗੀਆਂ ਨਹੀਂ, ਹੜਤਾਲਾਂ ਤੇ ਰਹਿਣਗੀਆਂ, ਫਿਰ ਕਿੱਦਾਂ ਐਮਰਜੈਂਸੀ ਦੇ ਉੱਤੇ ਦੇਖਿਆ ਜਾਏਗਾ? ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਰਾ ਜਿਹੜਾ ਮੈਂ ਇਹਦਾ ਜਵਾਬ ਦਿੰਦਾ, ਇਹਨੂੰ ਧਿਆਨ ਨਾਲ ਸੁਣਿਓ ਔਰ ਇਹਨੂੰ ਜਨਤਾ ਤੱਕ ਪਹੁੰਚਾਓ। ਮੈਂ ਅਪੀਲ ਕਰ ਰਿਹਾ ਤੁਹਾਡੇ ਥਰੂ। ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਿਹੜੇ 108 ਐਂਬੂਲੈਂਸ ਵਾਲੇ ਆ ਉਹ ਸਰਕਾਰੀ ਕਰਮਚਾਰੀ ਨਹੀਂ ਹੈ, ਉਹ ਅਸੀਂ ਨਹੀਂ ਕੀਤਾ। ਉਹ 2011 ਦੇ ਵਿੱਚ ਜਿਹੜੀ ਉਸ ਵੇਲੇ ਦੀ ਸਰਕਾਰ ਸੀ, ਉਹਨਾਂ ਨੇ ਆਊਟਸੋਰਸਿੰਗ ਕਰਕੇ ਇੱਕ ਪ੍ਰਾਈਵੇਟ ਕੰਪਨੀ ਨੂੰ ਸਾਰੀ ਜਿਹੜੀ 108 ਐਂਬੂਲੈਂਸ ਦੀ ਮੈਨੇਜਮੈਂਟ ਦੇ ਦਿੱਤੀ ਸੀ। ਉਹਦੇ ਕਰਕੇ ਬਹੁਤ ਸਾਰੀਆਂ ਖਾਮੀਆਂ ਆਈਆਂ। ਕਾਂਗਰਸ ਨੇ ਵੀ ਉਸੇ ਪਾਲਿਸੀ ਨੂੰ ਕੰਟੀਨਿਊ ਕੀਤਾ, ਜੋ ਕਿ ਇੱਕ ਮੈਂ ਕਹਿੰਦਾ ਐਜ਼ ਏ ਫੰਡਾਮੈਂਟਲੀ ਗਲਤ ਪਾਲਿਸੀ ਹੈ ਜੀ ਉਹ, ਕਿਉਂਕਿ ਇਹਨੂੰ ਅਸੀਂ ਭਾਈ ਕਨ੍ਹੱਈਆ ਮਿਸ਼ਨ ਵੀ ਕਹਿੰਦੇ ਆ। ਉਹਦੇ ਵਿੱਚ ਜਿਹੜਾ ਹੈਗਾ, ਜਿਹੜੇ ਸਾਡੇ ਬੱਚੇ ਆ ਉਹਨਾਂ ਦੇ ਨਾਲ ਸ਼ਾਇਦ ਬਹੁਤ ਹੱਦ ਤੱਕ ਜ਼ਿਆਦਤੀ ਵੀ ਹੋ ਰਹੀ ਆ, ਕਿਉਂਕਿ ਜਿਹੜਾ ਬੰਦਾ ਅੱਜ ਤੋਂ ਮਤਲਬ 2011 'ਚ ਲੱਗਿਆ ਸੀਗਾ, ਉਹਨੂੰ ਵੀ ਡੀਸੀ ਰੇਟ 'ਤੇ ਉਨੇ ਪੈਸੇ ਮਿਲਨੇ ਆ, ਜਿਹੜਾ ਸਾਲ ਪਹਿਲਾਂ ਲੱਗਾ ਉਹਨੂੰ ਵੀ ਉਨੇ ਮਿਲਨੇ ਆ। ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਵਾਜਬ ਹੈਗੀਆਂ, ਬਟ ਜਿਹੜਾ ਦੂਜਾ ਉਹਦਾ ਐਸਪੈਕਟ ਹੈ ਕਿ ਉਹਨਾਂ ਨੇ ਜਦੋਂ ਕੋਈ ਬੰਦਾ ਵੀ ਮਤਲਬ ਸਟ੍ਰਾਈਕ 'ਤੇ ਜਾਂਦਾ ਜਾਂ ਆਪਣਾ ਜਾ ਕੇ ਜਿਹੜੀ ਸਰਵਿਸਿਜ਼ ਨੂੰ ਪੈਰਾਲਾਈਜ਼ ਕਰਦਾ, ਇਹ ਇੱਕ ਐਮਰਜੈਂਸੀ ਸਰਵਿਸ ਹੈ। ਉਹਨਾਂ ਨੇ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ, ਮੈਨੂੰ ਕੋਈ ਮੈਮੋਰੈਂਡਮ ਨਹੀਂ ਦਿੱਤਾ, ਜੋ ਕਿ ਮੈਨੂੰ ਚਾਹੀਦਾ ਸੀ, ਉਹਨਾਂ ਨੂੰ ਦੇਣਾ ਚਾਹੀਦਾ ਸੀ। ਮੈਂ ਜਿਸ ਦਿਨ ਮੈਨੂੰ ਪਤਾ ਲੱਗਿਆ, ਮੈਂ ਉਸੇ ਦਿਨ ਬੁਲਾਇਆ, ਮੈਂ ਉਹਨਾਂ ਨੂੰ ਕਿਹਾ ਬੇਟੇ ਮੈਨੂੰ 1 ਹਫ਼ਤੇ ਦਾ ਟਾਈਮ ਦਿਓ, ਤੁਸੀਂ ਚਾਹੇ ਉਹਨਾਂ ਦੇ ਸਰਕਾਰ ਦੇ ਇੰਪਲਾਈ ਨਹੀਂ ਆ। ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਕੀਤੀ ਔਰ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਬੱਚਿਆਂ ਦਾ ਕੁਝ ਕਰੀਏ ਆਪਾਂ।
ਮੈਂ ਉਹਨਾਂ ਨੂੰ ਕਿਹਾ, ਉਹਨਾਂ ਨੇ ਇੱਕ ਕਮੇਟੀ ਬਣਾ ਦੇਣਗੇ ਮੁੱਖ ਮੰਤਰੀ ਸਾਹਿਬ, ਉਹਨਾਂ ਨੇ ਬਣਾ ਦਿੱਤੀ ਹੈਗੀ ਆ ਤੇ ਉਹ ਸਾਡੀ ਅਜੇ ਗੱਲ ਨਹੀਂ ਮੰਨਦੇ। ਮੈਂ ਤੁਹਾਡੇ ਥਰੂ ਫਿਰ ਬੇਨਤੀ ਕਰਦਾ ਕਿ ਬੱਚਿਓ, ਤੁਸੀਂ ਸਾਡੇ ਪਿਆਰੇ ਬੱਚੇ ਹੋ, ਮੁੱਖ ਮੰਤਰੀ ਦੇ ਬਹੁਤ ਦਰਦ ਹੈ ਤੁਹਾਡੇ ਵਾਸਤੇ, ਸਾਡੀ ਸਾਰੀ ਸਰਕਾਰ ਦੇ ਔਰ ਸਪੈਸ਼ਲੀ ਮੁੱਖ ਮੰਤਰੀ ਸਾਹਿਬ ਦੇ। ਅਸੀਂ ਤੁਹਾਡਾ ਭਲਾ ਚਾਹੁੰਦੇ ਹਾਂ ਔਰ ਅਸੀਂ ਸਰਕਾਰ ਦੀ ਕੋਈ ਪਾਲਿਸੀ ਹੈਗੀ ਹੈ ਕਿ ਇਹਨੂੰ ਪਾਲਿਸੀ ਹੈਗੀ ਹੈ ਜੀ, ਪਾਲਿਸੀ ਹੈਗੀ ਹੈ ਜੀ। ਦੇ ਵਿੱਚ ਮਰਜ ਕੀਤਾ ਜਾਏ, ਤੁਸੀਂ ਕਹਿੰਦੇ ਕੰਟਰੈਕਚੁਅਲ ਬੀਬਾ ਜੀ ਗੱਲ ਤਾਂ ਸੁਣੋ ਨਾ ਜੀ, ਜਿਹੜੀ ਪਹਿਲੀ ਸਰਕਾਰ ਸੀ, ਜਿਹੜੇ ਉਹਨਾਂ ਦੀਆਂ ਕੰਟਰੈਕਟ ਜੋ ਵੀ ਉਹ ਕੰਟਰੈਕਟ ਕਰਦੇ ਆ ਨਾ ਜੀ, ਉਹ ਤੁਹਾਨੂੰ ਆਨਰ ਕਰਨੇ ਪੈਂਦੇ ਆ। ਲੇਕਿਨ ਜਿਹੜੇ ਜਿਸ ਤਰ੍ਹਾਂ ਟੋਲ ਪਲਾਜ਼ਾ ਜਿਹਦੀ ਮਿਆਦ ਖਤਮ ਹੋ ਗਈ, ਅਸੀਂ ਸਾਰੇ ਉਹ ਫ੍ਰੀ ਕਰੀ ਜਾ ਰਹੇ ਹਾਂ, ਅਸੀਂ ਅੱਗੇ ਨਹੀਂ ਕਰ ਰਹੇ, ਅਸੀਂ ਕੋਈ ਟੋਲ ਪਲਾਜ਼ਾ ਨਹੀਂ ਬਣਾ ਰਹੇ। ਇਹਨਾਂ ਦੀ ਅਨਫੋਰਚੂਨੇਟਲੀ 2021 ਦੇ ਵਿੱਚ ਜਿਹੜੀ ਪਿਛਲੀ ਸਰਕਾਰ ਸੀਗੀ, ਉਹ ਫਿਰ ਇੱਕ ਗਲਤ ਐਗਰੀਮੈਂਟ ਕਰ ਗਈ, ਇਹਨਾਂ ਦੇ ਬੱਚਿਆਂ ਦੇ ਮਤਲਬ ਹੱਕਾਂ ਤੇ ਡਾਕਾ ਮਾਰ ਗਈ। ਉਹ ਹੁਣ ਜਿਹੜਾ ਐਗਰੀਮੈਂਟ ਹੈ ਉਹਦੇ ਵਿੱਚੋਂ ਮੈਂ ਵਾਕਆਊਟ ਕਰੂੰਗਾ, ਮੈਨੂੰ ਕੋਈ ਇੱਕ ਪ੍ਰੋਸੈਸ ਅਡਾਪਟ ਕਰਨੀ ਪਏਗੀ। ਪਹਿਲੇ ਜਿਹੜੇ ਮੁੱਖ ਮੰਤਰੀ ਸੀਗੇ, ਉਹਨਾਂ ਨੇ ਜਦੋਂ ਆਯੂਸ਼ ਸਕੀਮ ਹੈ ਤੁਹਾਨੂੰ ਪਤਾ, ਉਹਨਾਂ ਨੇ ਆਰਬਿਟਰੇਰੀ ਹਾਂਜੀ ਆਯੁਸ਼ਮਾਨ ਸਕੀਮ, ਉਹਨਾਂ ਨੇ ਆਰਬਿਟਰੇਰੀ ਤਰੀਕੇ ਨਾਲ ਆਪਣਾ ਜਿਹੜਾ ਸੀਗਾ ਕੰਟਰੈਕਟ ਕੈਂਸਲ ਕਰਤਾ। ਉਹਦਾ ਖਮਿਆਜ਼ਾ ਜਿਹੜੇ ਹੈਗੇ ਆ ਪੰਜਾਬ ਦੇ 3 ਕਰੋੜ ਲੋਕ ਭੁਗਤ ਰਹੇ ਆ। ਔਰ ਜਿਹੜੇ ਪ੍ਰਾਈਵੇਟ ਨਰਸਿੰਗ ਹੋਮ ਹੈ, ਤੁਹਾਨੂੰ ਪਤਾ ਹੋਊਗਾ ਕਿ ਇੱਥੋਂ ਤੱਕ ਕਿ ਪੀਜੀਆਈ ਨੇ ਜਿਹੜੇ ਮਰੀਜ਼ ਸੀ ਉਹਨਾਂ ਨੂੰ ਟ੍ਰੀਟ ਕਰਨਾ ਬੰਦ ਕਰਤਾ ਸੀ। ਸੋ ਮੈਨੂੰ ਉਹਦੇ ਵਾਸਤੇ ਇੱਕ ਮੈਥਡੋਲੋਜੀ ਮਤਲਬ ਸਾਨੂੰ ਇੱਕ ਕਮੇਟੀ ਬਣਾ ਕੇ ਉਹਨੂੰ ਸਟੱਡੀ ਕਰਕੇ ਅਸੀਂ ਕਰਾਂਗੇ। ਮੈਂ ਤੁਹਾਡੇ ਥਰੂ ਉਹਨਾਂ ਨੂੰ ਅਸ਼ੋਰੈਂਸ ਦਿੰਦਾ, ਮੈਂ ਬੇਨਤੀ ਕਰਦਾ ਕਿ ਐਮਰਜੈਂਸੀ ਸਰਵਿਸਿਜ਼ ਹੈ, ਇਹਨੂੰ ਇਮੀਡੀਏਟਲੀ ਰੀਸਟੋਰ ਕਰੋ। ਅਸੀਂ ਤੁਹਾਡੇ ਨਾਲ ਕਰਾਂਗੇ, ਇਹਦੇ ਵਾਸਤੇ ਕੋਈ ਤਰੀਕਾ ਲੱਭਾਂਗੇ, ਜਿਸ ਤਰ੍ਹਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੱਸ ਕੇ ਗਏ ਆ। ਇਹ ਬਾਰ-ਬਾਰ ਕਹਿ ਰਹੇ ਕਿ ਬਲੈਕ ਲਿਸਟ ਕਰਨ ਨੂੰ ਕੰਪਨੀ ਨੂੰ, ਕਿਉਂਕਿ ਕਈ ਰਾਜਾਂ 'ਚ ਬਲੈਕ ਲਿਸਟ ਹੈ। ਦੇਖੋ, ਮੈਂ ਇੱਥੇ ਖੜ ਕੇ ਕੋਈ ਅਨਾਉਂਸ ਨਹੀਂ ਕਰ ਸਕਦਾ। ਸਾਡੇ ਜਿਹੜੇ ਸੈਕਟਰੀਜ਼ ਆ, ਮੈਂ ਉਹਨਾਂ ਨੂੰ ਬੇਨਤੀ ਕੀਤੀ ਆ, ਅਸੀਂ ਸਟੱਡੀ ਕਰਾਂਗੇ। ਜੇ ਮੈਂ ਤੁਹਾਡੇ ਥਰੂ ਉਹਨਾਂ ਨੂੰ ਗਰੰਟੀ ਦਿੰਦਾ ਵੀ ਜੋ ਕੰਟਰੈਕਚੁਅਲ ਉਹਨਾਂ ਦੇ ਐਗਰੀਮੈਂਟ ਹੈਗਾ, ਜੇ ਉਸ ਕੰਪਨੀ ਨੇ ਵਾਇਲੇਸ਼ਨ ਕੀਤੀ ਆ, ਉਹਦੇ ਖਿਲਾਫ ਐਕਸ਼ਨ ਹੋਏਗਾ। ਜੇ ਉਹਦੇ ਮੁਤਾਬਕ ਉਹਨਾਂ ਨੂੰ ਪੈਸੇ ਘੱਟ ਮਿਲਦੇ ਆ ਤਾਂ ਇਮੀਡੀਏਟਲੀ ਦਵਾਏ ਜਾਣਗੇ, ਔਰ ਰਿਲੀਫ ਉਹਨਾਂ ਨੂੰ ਇਮੀਡੀਏਟਲੀ ਦਵਾਇਆ ਜਾਏਗਾ। ਬਟ ਇਨ ਦਾ ਲੌਂਗ ਰਨ ਇਹ ਮੇਰੀ ਗੱਲ ਜ਼ਰੂਰ ਤੁਸੀਂ ਦਿਖਾਣੀ ਆ ਲੋਕਾਂ ਨੂੰ ਕਿ ਮੈਂ ਇੱਕ ਸਾਰਾ ਸਿਸਟਮ ਇਹਦਾ ਚੇਂਜ ਕਰ ਰਿਹਾ। ਮੈਂ ਪੰਜਾਬ ਦੀਆਂ ਸਾਰੀਆਂ ਐਂਬੂਲੈਂਸ, ਜਿਹਦੇ ਵਿੱਚ ਟੋਲ ਪਲਾਜ਼ਾ ਕੋਲੇ ਐਂਬੂਲੈਂਸ ਹੈ, ਔਰ ਜਿਹਦੇ ਵਿੱਚ ਸਾਡੇ ਜਿੰਨੇ ਸਾਡੇ ਪ੍ਰਾਈਵੇਟ ਕਾਰਪੋਰੇਟ ਹਸਪੀਟਲ ਆ ਜਾਂ ਨਰਸਿੰਗ ਹੋਮ, ਉਹਨਾਂ ਦੀਆਂ ਐਂਬੂਲੈਂਸ ਹੈਗੀਆਂ। ਇਸੇ ਤਰ੍ਹਾਂ ਜਿਹੜੀਆਂ NGOs ਦੀਆਂ ਐਂਬੂਲੈਂਸ ਹੈਗੀਆਂ ਤੇ 108 ਐਂਬੂਲੈਂਸ ਹੈ। ਮੈਂ ਸਾਰਿਆਂ ਦੀ ਪੂਲਿੰਗ ਸ਼ੁਰੂ ਕਰਤੀ ਆ ਪੰਜਾਬ ਦੇ ਵਿੱਚ। ਇਹ ਸਾਡੇ ਕੋਲੇ ਬਹੁਤ 700-800 ਹਜ਼ਾਰ ਐਂਬੂਲੈਂਸ ਦਾ ਪੂਲ ਬਣ ਜਾਏਗਾ। ਜਿਸ ਤਰ੍ਹਾਂ ਓਲਾ ਚੱਲਦੀ ਹੈ, ਅਸੀਂ ਉਹਨੂੰ ਪ੍ਰੋਫੈਸ਼ਨਲੀ ਮੈਨੇਜ ਕਰਾਂਗੇ। ਜੋ ਮਾਨ ਸਾਹਿਬ ਨੇ ਕਿਹਾ ਵੀ 골ਡਨ ਆਰ, ਅਸੀਂ 골ਡਨ ਆਰ ਦੇ ਵਿੱਚ ਜਿਹੜੇ ਜਿੰਨੇ ਵੀ ਸਾਡੇ ਕਰੋਨਾ ਵਾਰੀਅਰ ਹੈ, ਮੈਂ ਸੁਨੇਹਾ ਉਹਨਾਂ ਨੂੰ ਵੀ ਦੇਣਾ ਚਾਹੁੰਦਾ ਕਿ ਮੈਂ ਉਹਦੇ ਵਾਸਤੇ ਕੰਮ ਕਰ ਰਿਹਾ। ਵੀ ਜਦੋਂ ਸਾਡੇ ਕੋਲ 1000 ਦਾ ਐਂਬੂਲੈਂਸ ਹੋਏਗਾ, ਇੱਕ ਐਂਬੂਲੈਂਸ ਤੇ 4 ਬੰਦਿਆਂ ਨੂੰ ਕੰਮ ਮਿਲੇਗਾ। 4000 ਕਰੋਨਾ ਵਾਰੀਅਰਸ ਐਡਜਸਟ ਹੋਣਗੇ, ਉਹਦੇ ਵਿੱਚ ਟ੍ਰੇਨਡ ਮੈਨ ਪਾਵਰ ਹੋਏਗੀ। ਉਹ ਬੇਸਿਕ ਲਾਈਫ ਸਪੋਰਟ, ਐਡਵਾਂਸ ਲਾਈਫ ਸਪੋਰਟ, ਉਹ ਸਾਰੀਆਂ ਜਿਹੜੀਆਂ ਸਾਡੀਆਂ ਐਂਬੂਲੈਂਸ ਹੋਣਗੀਆਂ, 2 ਤਰ੍ਹਾਂ ਦੀਆਂ ਹੋਣਗੀਆਂ। ਜਿਹੜੀਆਂ ਬੇਸਿਕ ਲਾਈਫ ਸਪੋਰਟ ਆ ਕਿ ਛੋਟੀ ਮੋਟੀ ਸੱਟ ਲੱਗੀ ਆ, ਸਾਨੂੰ ਪਤਾ ਲੱਗਿਆ ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਕੋਈ ਮੇਜਰ ਐਕਸੀਡੈਂਟ ਹੋ ਗਿਆ, ਉੱਥੇ ਐਡਵਾਂਸ ਲਾਈਫ ਸਪੋਰਟ, ਉਹਦੇ 'ਚ ਡਾਕਟਰ ਵੀ ਹੋਏਗਾ, ਉਹ ਹਸਪੀਟਲ ਹੀ ਹੋਏਗਾ ਇੱਕ ਕਿਸਮ ਦਾ। ਉਹ ਐਂਬੂਲੈਂਸ ਉੱਥੇ ਪਹੁੰਚਿਆ ਕਰਨਗੀਆਂ। ਇਹ ਸਾਰਾ ਸਿਸਟਮ ਅਸੀਂ ਆਉਣ ਵਾਲੇ ਮਹੀਨੇ 2-3 ਮਹੀਨੇ 'ਚ ਸੈੱਟ ਕਰ ਦਾਂਗੇ। ਸਾਰੇ ਕਰੋਨਾ ਵਾਰੀਅਰਸ ਨੂੰ ਅਸੀਂ ਜੌਬ ਦੇ ਦਾਂਗੇ। ਸਾਰੇ ਐਂਬੂਲੈਂਸ ਜਿਹੜਾ ਸਿਸਟਮ ਬਣਾ ਕੇ ਅਸੀਂ, ਜਦੋਂ ਕੋਈ ਵੀ ਬੰਦਾ ਹੋਏਗਾ ਉਹਨੂੰ ਕੋਈ ਤਕਲੀਫ ਹੋਏਗੀ, ਜਿਹੜੀ ਫਰਿਸ਼ਤੇ ਦੀ ਗੱਲ ਕੀਤੀ ਹੈ, ਫਰਿਸ਼ਤੇ ਸਕੀਮ ਦੀ ਗੱਲ ਕੀਤੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ, ਕਿਤੇ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਏਗੀ, ਡਿਸਟ੍ਰੈਸ ਹੋਏਗਾ, ਸਾਡੀ ਐਂਬੂਲੈਂਸ ਜਾਏਗੀ, ਉੱਥੇ ਉਹਨੂੰ ਮੈਡੀਕਲ ਏਡ ਦੇਗੀ, ਹਸਪਤਾਲ 'ਚ ਲੈ ਕੇ ਆਏਗੀ, ਔਰ ਹਸਪਤਾਲ ਵਿੱਚ ਉਹਦਾ ਇਲਾਜ ਕਰਕੇ ਉਹੀ ਐਂਬੂਲੈਂਸ ਉਹਨੂੰ ਫ੍ਰੀ ਦੇ ਵਿੱਚ ਉਹਦੇ ਘਰੇ ਜਾ ਕੇ ਛੱਡ ਕੇ ਆਏਗੀ। ਇਹ ਸਾਡੇ ਮੁੱਖ ਮੰਤਰੀ ਦਾ ਸੁਪਨਾ ਹੈ, ਸ਼੍ਰੀ ਅਰਵਿੰਦ ਕੇਜਰੀਵਾਲ ਦਾ ਸੁਪਨਾ ਹੈ, ਜਿਹੜੀ ਫਰਿਸ਼ਤੇ ਸਕੀਮ ਹੈ ਦਿੱਲੀ ਦੀ ਆ। ਸੋ ਮੈਂ ਉਹਦੇ ਤੇ ਕੰਮ ਕਰ ਰਿਹਾ। ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਬੀਅਰ ਵਿਦ ਅਸ, ਤੇ ਇਹ ਸਾਡਾ ਜਿਹੜਾ ਸੁਨੇਹਾ ਹੈ ਤੁਸੀਂ ਸਾਰਿਆਂ ਤੱਕ ਪਹੁੰਚਾਓ ਕਿ ਅਸੀਂ ਇੱਕ ਬਹੁਤ ਵਧੀਆ ਕੰਪਰੀਹੈਂਸਿਵ ਜਿਹੜੀ ਹੈਗੀ ਆ ਐਮਰਜੈਂਸੀ ਕੇਅਰ, ਐਂਬੂਲੈਂਸ ਸਰਵਿਸਿਜ਼, ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ, ਅਸੀਂ ਜਿਹੜੀ ਇੱਕ ਹੈਲਥ ਪਾਲਿਸੀ ਆ ਜਿਹੜੀ ਸਾਡੀ, ਉਹਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਪ੍ਰੀਵੈਂਸ਼ਨ ਆਫ ਡਿਜ਼ੀਜ਼, ਪ੍ਰਮੋਸ਼ਨ ਆਫ ਹੈਲਥ, ਰੀਹੈਬਿਲਿਟੇਟਿਵ ਸਰਵਿਸਿਜ਼, ਇਹ ਵੀ ਉਹਦੇ ਪਾਰਟ ਹੋਣਗੇ। ਤੁਸੀਂ ਦੇਖੋਗੇ ਕਿ ਜਿਹੜਾ ਇੱਕ ਨਵੇਂ ਸਰੂਪ ਦੇ ਵਿੱਚ ਜਿਹੜੀਆਂ ਹੈਗੀਆਂ, ਜਿਵੇਂ ਨਵੀਂ ਸਰਕਾਰ ਹੈ, ਨਵੀਂ ਸੋਚ ਹੈ, ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਸਿਹਤ ਸਹੂਲਤਾਂ ਉਹ ਵੀ ਇੱਕ ਨਵੇਂ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆਉਣਗੀਆਂ।